ਜਲ ਸਾਨੂੰ ਜਲਦੀ ਮਿਲ ਜਾਵੇ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਅਧਿਆਤਮ ਦੇ ਮਾਰਗ 'ਤੇ ਚੱਲਦੇ ਹਾਂ, ਜੋ ਕਿ ਸੰਸਾਰ ਦੇ ਵਿੱਚ ਸਿਰਮੌਰ ਮੰਜ਼ਿਲ ਹੈ, ਸਭ ਤੋਂ ਵੱਡਾ ਉੱਤੇ ਉੱਚਾ ਸੁੱਚਾ ਰਸਤਾ ਹੈ। ਅਤੇ ਇਸ ਰਸਤੇ 'ਤੇ ਚੱਲਦਿਆਂ ਵੀ ਅਭਿਆਸੀ ਜੀਵ ਦੇ ਮਨ ਦੇ ਵਿੱਚ ਹੁੰਦੀਆਂ ਨੇ ਕਿ ਸਾਨੂੰ ਉਹਨਾਂ ਸੋਮਿਆਂ ਦੀ, ਉਸ ਬਿਸਮਾਦ ਆਨੰਦ ਦੀ, ਜਾਂ ਜੋ ਭਗਤਾਂ ਗੁਰਮੁਖ ਸੰਤਾਂ ਸਾਧੂਆਂ ਨੇ ਅਵਸਥਾਵਾਂ ਨੂੰ ਪ੍ਰਾਪਤ ਕੀਤਾ, ਅਸੀਂ ਉਹਨਾਂ ਦੀਆਂ ਸਾਖੀਆਂ ਕਥਾ ਕਹਾਣੀਆਂ ਸੁਣਦੇ ਹਾਂ। ਗੁਰਬਾਣੀ ਗੁਰੂ ਦੇ ਵਿੱਚ ਉਹਨਾਂ ਦੀਆਂ ਅਵਸਥਾਵਾਂ ਦਾ ਜ਼ਿਕਰ ਆਉਂਦਾ ਹੈ ਵੀ ਸਾਨੂੰ ਵੀ ਛੇਤੀ ਨਾਲ ਉਹ ਮਿਲ ਜਾਵੇ। ਔਰ ਗੁਰਮੁਖ ਪਿਆਰਿਓ, ਠੀਕ ਆ, ਹਰ ਇੱਕ ਜਿਹੜਾ ਇਨਸਾਨ ਆ ਉਹ ਮੰਜ਼ਿਲ ਨੂੰ ਛੇਤੀ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ, ਪਰ ਸਾਡੇ ਮਨ ਦੇ ਵਿੱਚ ਇੰਨੀ ਵੀ ਜਲਦੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਮਿਹਨਤ ਨੂੰ ਛੱਡ ਕੇ ਅਤੇ ਸ਼ਾਰਟਕੱਟ ਜਾਂ ਕੋਈ ਨਾ ਕੋਈ ਜਿਹੜਾ ਹੈਗਾ ਐਸਾ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕਰੀਏ ਵੀ ਜਿਹਦੇ ਵਿੱਚ ਸਾਨੂੰ ਮਿਹਨਤ ਨਾ ਕਰਨੀ ਪਵੇ, ਸਾਨੂੰ ਕੋਈ ਜਪਣਾ ਧਿਆਉਣਾ ਅਰਾਧਨਾ ਜਿਹੜਾ ਸਮਝਣਾ ਨਾ ਪਵੇ, ਬਸ ਛੇਤੀ ਨਾਲ ਸਾਨੂੰ ਮਿਲ ਜਾਵੇ। ਮੈਂ ਸਿਰਫ ਅਧਿਆਤਮ ਦੇ ਰਸਤੇ ਦੀ ਗੱਲ ਕਰੂੰਗਾ, ਕਿਉਂਕਿ ਜਦੋਂ ਸਾਡੀ ਇਹੋ ਜਿਹੀ ਭਾਵਨਾ ਹੁੰਦੀ ਹੈ, ਅਸੀਂ ਮਿਹਨਤ ਨਹੀਂ ਕਰਨੀ ਚਾਹੁੰਦੇ, ਤਾਂ ਇਸ ਚੀਜ਼ ਦਾ ਫਾਇਦਾ ਜਿਹੜਾ ਆ ਬਹੁਤ ਸਾਰੇ ਜਿਹੜੇ ਇਸ ਅਧਿਆਤਮ ਦੇ ਮਾਰਗ 'ਤੇ ਅਨਾੜੀ ਅਸੰਤ ਹੁੰਦੇ ਆ, ਜਾਂ ਜਿਹੜੀਆਂ ਭਰਮ ਦੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਹੁੰਦੇ ਆ, ਉਹ ਸਾਡੀ ਇਸ ਭਾਵਨਾ ਦਾ ਫਾਇਦਾ ਚੱਕਦੇ ਆ ਅਤੇ ਸਾਨੂੰ ਸਗੋਂ ਦੀ ਅਸੀਂ ਛੇਤੀ ਕਰਨਾ ਚਾਹੁੰਦੇ ਹਾਂ, ਪਰ ਜਦੋਂ ਅਸੀਂ ਉਹਨਾਂ ਦੇ ਜੰਜਾਲਾਂ ਵਿੱਚ ਫਸ ਜਾਂਦੇ ਹਾਂ ਅਤੇ ਉਹ ਸਾਨੂੰ ਇੱਕ ਅਲਪ ਗਿਆਨ ਦੇ ਕੇ, ਭਰਮ ਦਾ ਗਿਆਨ ਜਾਂ ਕੋਈ ਜੁਗਤ ਤਰੀਕਾ ਦੱਸ ਕੇ ਸਾਨੂੰ ਫਸਾ ਲੈਂਦੇ ਆ। ਪ੍ਰਾਪਤ ਉਹਦੇ ਵਿੱਚੋਂ ਕੁਛ ਵੀ ਨਹੀਂ ਹੁੰਦਾ, ਪਰ ਜਿਹੜਾ ਆ ਸਾਡੀ ਟਾਈਮ ਵੇਸਟੇਜ ਜ਼ਿਆਦਾ ਹੋ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਵੀ ਫੋਲੋ ਕਰਦੇ ਹਾਂ ਅਤੇ ਉਹਦਾ ਇੱਕ ਵਾਰ ਜਦੋਂ ਸਾਡਾ ਮਨ ਤਨ, ਅਸੀਂ ਸਾਰਾ ਗਿਆਨ ਉਹ ਲੈਂਦੇ ਹਾਂ, ਸਾਡੀ ਸੁਰਤ ਮੱਤ ਬੁੱਧ ਉਸ ਤਰੀਕੇ ਚੱਲਦੀ ਹੈ, ਫਿਰ ਜਦੋਂ ਉਹਦੇ ਵਿੱਚ ਜਾ ਕੇ ਇੱਕ ਸਟੈਪ ਇਹੋ ਜਿਹਾ ਆਉਂਦਾ, ਇੱਕ ਆਧਾਰ ਐਸਾ ਆਉਂਦਾ ਹੈ ਕਿ ਸਾਡਾ ਮਨ ਨਹੀਂ ਠਹਿਰਦਾ ਵੀ ਨਹੀਂ, ਜੇਕਰ ਇਹ ਹੈ ਅਤੇ ਕੁਛ ਇਹਦੇ ਵਿੱਚ ਗੱਲ ਨਹੀਂ ਬਣੀ। ਫਿਰ ਅਸੀਂ ਦੂਜੇ ਪਾਸੇ ਚੱਲਦੇ ਹਾਂ, ਫਿਰ ਅਸੀਂ ਤੀਜੇ ਪਾਸੇ ਚੱਲਦੇ ਹਾਂ। ਅਤੇ ਇਸੇ ਗੱਲ ਨੂੰ ਕਬੀਰ ਸਾਹਿਬ ਕਹਿੰਦੇ ਆ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ। ਕਿ ਜ਼ਰੂਰ ਅਭਿਆਸੀ ਜੀਵ ਜਿਹੜੇ ਆ ਚੱਲਦੇ ਜ਼ਰੂਰ ਆ ਕਿ ਅਕਾਲ ਪੁਰਖ ਦੀ ਅਸੀਂ ਪ੍ਰਾਪਤੀ ਕਰ ਲਈਏ, ਪਰ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕੇਸੋ ਦੇ ਨਾਲ, ਅਕਾਲ ਪੁਰਖ ਦੇ ਨਾਲ, ਵਾਹਿਗੁਰੂ ਦੇ ਨਾਲ ਪਿਆਰ ਕਰਨ ਦੀ ਬਜਾਏ ਜਿਹੜੇ ਉਹ ਸੱਚੇ ਪਾਤਸ਼ਾਹ ਦਾ ਭੇਤ ਦਿੰਦੇ ਆ, ਜਾਂ ਉੱਧਰ ਤਰੀਕਿਆਂ ਨੂੰ, ਜੁਗਤੀਆਂ ਨੂੰ, ਜਾਂ ਉਹਨਾਂ ਦੇ ਗਿਆਨ ਧਿਆਨ ਨੂੰ ਦ੍ਰਿੜ ਕਰਾਉਂਦੇ ਆ, ਉਹਨਾਂ ਵਿੱਚ ਜ਼ਿਆਦਾ ਅਸੀਂ ਉਲਝ ਜਾਂਦੇ ਹਾਂ। ਸੋ ਐਸਾ ਗੁਰੂ ਐਸੇ ਗੁਰੂ ਨੂੰ ਧਾਰਨ ਕਰਨ ਦਾ ਫਾਇਦਾ ਕੀ ਆ ਵੀ ਜਿਹੜਾ ਗੁਰੂ ਧਾਰਨ ਕਰਕੇ ਉਸ ਤੋਂ ਬਾਅਦ ਫਿਰ ਸਾਨੂੰ ਮਨੁੱਖ ਦੀ ਹੀ ਸੇਵਾ ਕਰਨੀ ਪਵੇ, ਅਕਾਲ ਪੁਰਖ ਦੀ ਸੇਵਾ ਨਾਲ ਅਗਲਾ ਫਿਰ ਨਾ ਜੋੜੇ, ਆਪ ਦੇ ਨਾਲ ਜੋੜੇ, ਆਪ ਦੇ ਡੇਰੇ ਦੇ ਨਾਲ ਜੋੜੇ, ਆਪ ਦੀਆਂ ਜਿਹੜੀਆਂ ਅਵਧਾਰਨਾ ਆ ਆਪ ਦੇ ਹੁਕਮਾਂ ਦੇ ਵਿੱਚ ਚਲਾਵੇ, ਅਤੇ ਫਿਰ ਐਸਾ ਗੁਰੂ ਪੂਰਾ ਗੁਰੂ ਨਹੀਂ ਹੁੰਦਾ। ਪੂਰਾ ਗੁਰੂ ਉਹ ਹੁੰਦਾ ਜੋ ਸਾਨੂੰ ਸੋ ਗੁਰ ਕਰੋ ਜੋ ਸਾਚ ਦ੍ਰਿੜਾਏ, ਕਥ ਕਥਾਏ ਸ਼ਬਦ ਮਿਲਾਏ, ਜੋ ਸਾਨੂੰ ਸੱਚ ਨਾਮ ਦਾ ਕਥ ਦਾ ਭੇਤ ਦਿੰਦਾ। ਔਰ ਅਸੀਂ ਫਿਰ ਉਸ ਗੁਰੂ ਕੋਲ ਇਸ ਕਰਕੇ ਜਾਂਦੇ ਹਾਂ ਕਿਉਂਕਿ ਜਦੋਂ ਅਸੀਂ ਉਸ ਰਸਤੇ ਉੱਤੇ ਮਿਹਨਤ ਕਰਦੇ ਹਾਂ ਅਤੇ ਜੋ ਸਾਡੀਆਂ ਡਿਫੀਕਲਟੀਜ਼ ਆ ਰਹੀਆਂ ਨੇ, ਜੋ ਸਾਡੀ ਅਵਸਥਾਵਾਂ ਦੇ ਅਨੁਭਵ ਬਣ ਰਹੇ ਆ, ਸਿਰਫ ਇੱਕ ਜਿੱਦਾਂ ਤੁਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਸਭ ਤੋਂ ਸਿਰਮੌਰ ਪੜ੍ਹਾਈ PhD ਆ, ਔਰ PhD ਦਾ ਜਿਹੜਾ ਉਹ ਪਾਰਟ ਜਦੋਂ ਅਸੀਂ ਥੀਸਿਸ ਲਿਖਦੇ ਹਾਂ ਉਹ ਸਭ ਤੋਂ ਮੁੱਖ ਮੰਨਿਆ ਜਾਂਦਾ। ਉਦੋਂ ਸਿਰਫ ਅਸੀਂ ਆਪ ਦੀ ਖੋਜ, ਆਪ ਦਾ ਜੋ ਸਾਨੂੰ ਉਹਨਾਂ ਨੇ ਪੁਆਇੰਟ ਦੱਸੇ ਹੁੰਦੇ ਆ ਉਹਨਾਂ 'ਤੇ ਖੋਜ ਕਰਦੇ ਹਾਂ, ਅਤੇ ਜਿਹੜਾ ਸਾਡਾ ਫਿਰ ਉਹ PhD ਕਰਾਉਂਦਾ ਆ, ਜਿਹੜਾ ਸਾਡਾ ਟੀਚਰ ਹੁੰਦਾ ਹੈ, ਅਸੀਂ ਸਿਰਫ ਉਹਨਾਂ ਕੁ ਉਹਦੇ ਨਾਲ ਕਨੈਕਟ ਕਰਦੇ ਹਾਂ ਕਿ ਜਿਹੜੀਆਂ ਸਾਨੂੰ ਦਿੱਕਤਾਂ ਆਉਂਦੀਆਂ ਨੇ। ਸੋ ਇਸੇ ਤਰੀਕੇ ਹੀ ਸੰਤ ਸਾਧੂ ਗੁਰਮੁਖ ਹੁੰਦੇ ਨੇ, ਕਿਉਂਕਿ ਇਹ ਅਕਾਲ ਪੁਰਖ ਦੇ ਰਸਤੇ ਦੇ ਉੱਪਰ ਚੱਲਦੇ ਹਾਂ। ਅਸੀਂ ਕਿਸੇ ਦੂਜੇ ਦੀ ਵੀ ਪੂਜਾ ਨਹੀਂ ਕਰਨੀ, ਬਿਲਕੁਲ ਨਹੀਂ ਕਿਸੇ ਦੀ ਕਰਨੀ, ਨਾ ਕਿਸੇ ਮਨੁੱਖ ਦੀ ਕਰਨੀ ਆ, ਨਾ ਕਿਸੇ ਆਕਾਰ ਦੀ ਮੂਰਤੀ, ਫੋਟੋ, ਔਰ ਜਿਹੜਾ ਪੱਥਰ ਜਾਂ ਰੁੱਖ, ਇਹ ਤਾਂ ਬਹੁਤ ਦੂਰ ਦੀਆਂ ਗੱਲਾਂ ਆ। ਅਸੀਂ ਜੋ ਟੀਚਰ ਸਾਨੂੰ ਦੱਸਦਾ ਪਿਆ ਆ ਇਹ ਧਿਆਨ ਰੱਖਣਾ ਆ, ਸਿਰਫ ਅਸੀਂ ਉਹਦੇ ਤੋਂ ਤਰੀਕਾ, ਗਿਆਨ, ਆਨੰਦ, ਇੱਕ ਉਹਦਾ ਸਤਿਕਾਰ ਕਰਨਾ ਹੈ। ਇਹ ਨਹੀਂ ਕਿ ਦੱਸਣ ਵਾਲੇ ਦੀ ਹੀ ਅਸੀਂ ਪੂਜਾ ਸ਼ੁਰੂ ਕਰ ਦਈਏ, ਕਿਉਂਕਿ ਬਾਹਲੇ ਐਸੇ ਹੀ ਹੁੰਦੇ ਆ ਆਪਦੇ ਆਪ ਨੂੰ ਜਾਂ ਆਪਦੇ ਨੂੰ ਪੂਰਾ ਗੁਰੂ ਕਹਾ ਕੇ
ਜਾਂ ਕਹਿ ਕੇ ਤੇ ਫਿਰ ਉਹ ਸਾਡੇ ਮਾਨਸਿਕ ਸ਼ੋਸ਼ਣ ਕਰਕੇ ਉਹ ਆਪ ਦੀ ਹੀ ਸੇਵਾ ਦੇ ਨਾਲ, ਆਪ ਦੇ ਹੀ ਸਰਕਲ ਦੇ ਵਿੱਚ, ਆਪ ਦੇ ਹੀ ਡੇਰਿਆਂ 'ਤੇ, ਆਪ ਦੇ ਮੰਦਰ ਮਸਜਿਦਾਂ ਗੁਰਦੁਆਰਿਆਂ ਦੇ ਵਿੱਚ ਫਿਰ ਸਾਨੂੰ ਉੱਥੇ ਜੋੜ ਲੈਂਦੇ ਆ। ਔਰ ਉੱਧਰੋਂ ਪੂਰਾ ਗੁਰੂ, ਪਰ ਉੱਧਰੋਂ ਫਿਰ ਉਹ ਆਪ ਦੀ ਧਾਰਨਾ ਦੇ ਨਾਲ ਹੀ ਜੋੜ ਲੈਂਦੇ ਆ। ਅਤੇ ਪੂਰਾ ਗੁਰੂ ਤਾਂ ਜਿਹੜਾ ਗੁਰਬਾਣੀ ਨੇ ਦੱਸਿਆ ਉਹ ਸਾਡੇ ਅੰਤਰਗਤ ਹੈ, ਜਿਹੜਾ ਸ਼ਬਦ ਗੁਰੂ ਹੈ, ਜਿਹੜਾ ਕਿ ਪ੍ਰਕਾਸ਼ ਦੇ ਵਿੱਚੋਂ ਨਿਕਲਦਾ ਪਿਆ, ਜਿਹਨੂੰ ਸਾਰੇ ਬ੍ਰਹਿਮੰਡ ਦੀ ਡਿਊਟੀ ਦਿੱਤੀ ਹੋਈ ਹੈ ਜਗਾਉਣ ਦੀ। ਅਤੇ ਉਸ ਪੂਰੇ ਗੁਰੂ ਦੇ ਨਾਲ ਸਾਨੂੰ ਇੱਧਰੋਂ ਗੁਰਮੁਖ ਸਾਧੂ ਸੰਤ ਮਿਲਾਉਂਦੇ ਆ, ਉਹ ਤਰੀਕਾ ਜੁਗਤ ਦੱਸਦੇ ਆ। ਪਰ ਇਹ ਆ ਕਿ ਅਸੀਂ ਕਾਹਲ ਨਹੀਂ ਜਿਹੜੀ ਆ ਮਨ ਦੇ ਵਿੱਚ ਰੱਖਣੀ ਹੁੰਦੀ ਆ। ਜਦੋਂ ਅਸੀਂ ਕਾਹਲ ਰੱਖਦੇ ਹਾਂ, ਕਾਹਲ ਇਹ ਬਿਲਕੁਲ ਨਹੀਂ ਰੱਖਣੀ ਹੁੰਦੀ ਜਦੋਂ ਅਸੀਂ ਸ਼ਾਰਟਕਟ ਭਾਲਦੇ ਹਾਂ, ਅਸੀਂ ਮਿਹਨਤ ਨਹੀਂ ਕਰਨੀ ਚਾਹੁੰਦੇ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਗੁਰਬਾਣੀ ਦੇ ਵਿੱਚ ਦੇਖੋ ਕਿ ਉਹ ਜਦੋਂ ਅਸੀਂ ਗੁਰਮੁਖਾਂ ਭਗਤਾਂ ਦਾ, ਸੰਤ ਸਾਹਿਬਾਨਾਂ ਦਾ ਪ੍ਰੈਕਟੀਕਲ ਪੜ੍ਹਦੇ ਹਾਂ ਅਤੇ ਗੁਰਬਾਣੀ ਕੋਈ ਜੋਗਮਤ ਨਹੀਂ ਹੈਗੀ। ਗੁਰਬਾਣੀ ਗੁਰੂ ਦੇ ਵਿੱਚ ਵਾਹਿਗੁਰੂ ਦਾ ਜਾਪ, ਗਿਆਨ, ਧਿਆਨ, ਜਿਹੜੀ ਆ ਸਤ ਸੰਗਤ ਅਤੇ ਮਨ ਤਨ ਦੀ ਸਾਰੀ ਮਿਹਨਤ ਜਿਹੜੀ ਆ, ਸਾਰੇ ਤਰੀਕੇ ਜੁਗਤੀਆਂ ਦੱਸੇ ਹੋਏ ਆ। ਕਿਉਂਕਿ ਕਿਸੇ ਵੀ ਇਹਨਾਂ ਸਾਰਿਆਂ ਤਰੀਕਿਆਂ ਨੂੰ ਅਪਣਾ ਕੇ ਸਾਡੇ ਜਿਹੜੀ ਮਨ ਦੇ ਉੱਪਰ ਵਿਚਾਰਾਂ ਦੀ ਮੈਲ ਲੱਗੀ ਹੋਈ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਆਪਸੀ ਜਿਹੜਾ ਅਸੀਂ ਟਕਰਾਓ ਕਰਦੇ ਹਾਂ, ਹਿੰਸਾ ਕਰਦੇ ਹਾਂ, ਜੀਆਂ ਦੇ ਉੱਤੇ ਦਇਆ ਨਹੀਂ ਕਰਦੇ, ਸਾਨੂੰ ਆਪਦੇ ਮਨ ਦੀ ਦਇਆ ਤਾਂ ਦੂਰ ਦੀ ਗੱਲ, ਤਨ ਕਰਕੇ ਵੀ ਅਸੀਂ ਦੂਸਰਿਆਂ ਦੇ ਨਾਲ ਜਿਹੜਾ ਹੈਗਾ ਧੜੇ ਬਣਾਉਂਦੇ ਹਾਂ, ਇੱਕ ਦੂਜੇ ਦੀ ਇੰਨੀ ਈਰਖਾ, ਨਿੰਦਿਆ, ਚੁਗਲੀ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਸਾਡੇ ਇਹ ਔਗਣ ਸਾਡੇ ਮਨ ਤੋਂ ਸਾਫ਼ ਕਰਵਾਏ ਜਾਂਦੇ ਆ। ਔਰ ਉਹਨਾਂ ਦੇ ਲਈ ਸਾਨੂੰ ਪਹਿਲੀ ਸਟੇਜ 'ਤੇ ਜਿਵੇਂ ਕੋਈ ABCD ਸਿਖਾਉਣਾ ਜ਼ਰੂਰੀ ਹੁੰਦਾ ਹੈ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਉਹ ਸਪੈਲਿੰਗਾਂ ਸਿਖਾਉਂਦੇ ਆ, ਫਿਰ ਸੈਂਟੈਂਸ ਬਣਾਉਣੇ ਸਿਖਾਉਂਦੇ ਆ। ਇਸੇ ਤਰੀਕੇ ਹਰ ਇੱਕ ਜੀਵ ਦੇ ਉੱਪਰ ਜਿਹੜੀ ਆ ਕਾਲ ਨੇ ਹਉਮੈ ਦਾ ਜਾਲ ਪਾਇਆ ਹੋਇਆ, ਕੂੜ ਦੀ ਪਾਲ ਜਿਹੜੀ ਆ, ਭਾਵ ਕਿ ਵਿਚਾਰਾਂ ਦੀ ਦੀਵਾਰ, ਹਰ ਇੱਕ ਜੀਵ ਦੇ ਅੰਦਰ ਤ੍ਰਿਸ਼ਨਾ, ਵਿਕਾਰਾਂ ਦੀ ਦੀਵਾਰ ਖੜ੍ਹੀ ਹੁੰਦੀ ਆ। ਪਹਿਲਾਂ ਉਸ ਦੀਵਾਰ ਨੂੰ ਤੋੜਨਾ, ਉਸ ਦੀਵਾਰ ਨੂੰ ਤੋੜ ਕੇ ਭਾਵ ਕਿ ਜੀਵ ਦੇ ਵਿੱਚ ਭਰਮ ਦੇ ਗਿਆਨ ਨੂੰ ਕੱਟ ਕੇ ਅਕੱਥ ਦੇ ਗਿਆਨ ਨੂੰ ਪ੍ਰਗਟ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਸੁਰਤ ਨੂੰ ਵਿਵੇਕ ਕਰਨਾ ਸ਼ਬਦ ਦੇ ਨਾਲ, ਗੁਰਮੰਤਰ ਦੇ ਨਾਲ, ਗਿਆਨ ਦੇ ਨਾਲ। ਉਸ ਤੋਂ ਬਾਅਦ ਤਾਂ ਕਿ ਕਿਉਂਕਿ ਸੱਚ ਜਿਹੜੇ ਆ, ਅਕਾਲ ਪੁਰਖ ਜਿਹੜੇ ਆ, ਉਹ ਬਹੁਤ ਜ਼ਿਆਦਾ ਨਿਰਮਲ ਆ, ਬਹੁਤ ਜ਼ਿਆਦਾ ਸੋਹਣੇ ਆ, ਬਹੁਤ ਜ਼ਿਆਦਾ ਉੱਚੇ ਸੁੱਚੇ ਆ, ਅਤੇ ਉਹਨਾਂ ਦੀ ਸੇਵਾ ਕਰਾਉਣ ਦੇ ਲਈ ਜਿਹੜਾ ਆ ਸਾਨੂੰ ਉਵੇਂ ਦਾ ਹੀ ਬਣਾਉਣਾ ਪੈਂਦਾ ਹੈ। ਕਿਉਂਕਿ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਵੇਂ ਦੇ ਅਕਾਲ ਪੁਰਖ ਦੇ ਗੁਣ ਨੇ ਉਵੇਂ ਦੇ ਜਨ ਉਹਦੇ ਚਾਹੀਦੇ ਆ। ਅਤੇ ਤਾਂ ਕਰਕੇ ਫਿਰ ਜਿਹੜੇ ਗੁਰਮੁਖ ਆ ਉਹਨਾਂ ਨੂੰ ਦ੍ਰਿੜ ਮਿਹਨਤ ਕਰਾਉਂਦੇ ਆ। ਗੁਰਬਾਣੀ ਦੇ ਵਿੱਚ ਜਿਹੜਾ ਇੱਕ ਸ਼ਬਦ ਮੁੱਖ ਰੂਪ ਦੇ ਵਿੱਚ ਆਪਾਂ ਸਾਂਝ ਪਾਉਣੀ ਆਉਂਦਾ ਹੈ, ਕਹਿੰਦੇ ਵੇਲ ਪੰਜਾਇਆ, ਕੱਤ ਬਣਾਇਆ, ਕੁੱਟ ਕੁੱਟ ਕਰ ਖੁੰਭ ਚੜਾਇਆ। ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕੱਪੜੇ ਦੇ ਤਿਆਰ ਹੋਣ ਦੀ ਗੱਲ ਸੁਣਾਉਂਦੇ ਪਏ ਆ। ਵੇਲ ਪੰਜਾਇਆ, ਕੱਤ ਬਣਾਇਆ, ਕੁੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੇ, ਦਰਜੀ ਪਾੜੇ, ਸੂਈ ਧਾਗਾ ਸੀਵੈ, ਇਉਂ ਪਤ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਕਹਿੰਦੇ ਜਿਵੇਂ ਹੁਣ ਇੱਕ ਰੂਹ ਹੁੰਦੀ ਹੈ, ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਕੱਪੜਾ ਬਣਾਉਂਦੇ ਸੀ, ਜਿਵੇਂ ਹੁਣ ਆਪਾਂ ਅੱਜ ਕੱਲ੍ਹ ਮਸ਼ੀਨੀ ਆ ਗਿਆ ਵੀ ਪਹਿਲਾਂ ਰੂਹ ਨੂੰ ਵੇਲਣੇ ਨਾਲ ਪਿੰਜਿਆ ਜਾਂਦਾ, ਫਿਰ ਉਹਨੂੰ ਕੱਤਿਆ ਜਾਂਦਾ, ਕੱਤ ਕੇ ਫਿਰ ਉਹਦਾ ਕੱਪੜਾ ਬਣਦਾ, ਰੇਸ਼ੇਦਾਰ ਕੱਪੜਾ ਬਣਦਾ, ਰੇਸ਼ਿਆਂ 'ਚ ਬਣਾ ਕੇ ਫਿਰ ਉਹ ਕੱਪੜੇ ਦਾ ਥਾਣ ਬਣਦਾ, ਅਤੇ ਉਸ ਥਾਣ ਨੂੰ ਫਿਰ ਜਿਹੜਾ ਹੈਗਾ ਉਹਦੇ ਮਤਲਬ ਕਿ ਉਹਨੂੰ ਧੁਆਇਆ ਜਾਂਦਾ, ਧੁਆ ਕੇ ਉਹਨੂੰ ਪੂਰਾ ਫਿਰ ਉਸ ਵੱਡੇ ਥਾਣ ਨੂੰ ਉਹਦੇ ਵਿੱਚੋਂ ਕੱਟ ਕੇ ਕੈਂਚੀ ਦੇ ਨਾਲ ਫਿਰ ਉਹ ਦਰਜੀ ਕੋਲ ਜਾਂਦਾ। ਫਿਰ ਦਰਜੀ ਉਹ ਕੱਟੇ ਹੋਏ ਕੱਪੜੇ ਨੂੰ ਹੋਰ ਪਾੜਦਾ, ਉਹਨੂੰ ਡਿਜ਼ਾਈਨ ਦੇ ਨਾਲ ਪਾੜਦਾ, ਫਿਰ ਉਹਨੂੰ ਪਾੜ ਕੇ ਅਤੇ ਫਿਰ ਸੂਈ ਧਾਗੇ ਦੇ ਨਾਲ ਉਹਨੂੰ ਸਿਉਂਦਾ। ਅਤੇ ਫਿਰ ਕਹਿੰਦੇ ਇਉਂ ਪਤ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵ ਹੈ। ਇਸੇ ਤਰੀਕੇ ਜਿਹੜੀ ਸਾਡੀ ਸੁਰਤੀ ਆ, ਉਹ ਉਦਾਹਰਨ ਦਿੱਤਾ ਆ, ਸਾਡੀ ਸੁਰਤੀ ਆ ਉਹ ਮਾਲਕ ਦੇ ਨਾਲੋਂ ਬਖੇੜੇ ਦੇ ਵਿੱਚ ਆ ਗਈ ਆ। ਇਕੱਲਾ ਸਾਡਾ ਧਿਆਨ ਹੀ ਨਹੀਂ ਸੱਚੇ ਪਾਤਸ਼ਾਹ ਦੇ ਨਾਲੋਂ ਟੁੱਟਿਆ, ਸਾਡਾ ਗਿਆਨ ਵੀ ਜਿਹੜਾ ਆ ਅਕਾਲ ਪੁਰਖ ਨਾਲੋਂ ਲਿਵ ਟੁੱਟਣ ਕਰਕੇ ਸਾਡਾ ਗਿਆਨ ਵੀ ਖਤਮ ਹੋ ਚੁੱਕਿਆ ਹੈ। ਸਾਡਾ ਮਨ ਦੇ ਉੱਪਰ ਮਹਿਲ ਬਹੁਤ ਜ਼ਿਆਦਾ ਚੜ੍ਹ ਚੁੱਕੀ ਹੈ, ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਆਤਮਲੀਨ ਹੋ ਚੁੱਕੀਆਂ ਨੇ। ਅਤੇ ਇਹ ਸਿਰਫ ਕੋਈ ਇੱਕ ਤਰੀਕੇ ਦੇ ਨਾਲ ਨਹੀਂ, ਪਹਿਚਾਣ ਜ਼ਰੂਰ ਸਾਨੂੰ ਸੰਤ ਮਹਾਂਪੁਰਸ਼ ਕਰਵਾ ਦਿੰਦੇ ਆ ਕਿ ਸੱਚ ਜਿਹੜਾ ਨਿਰੰਕਾਰ ਹੈ, ਪ੍ਰਕਾਸ਼ ਸਰੂਪ ਹੈ, ਜਾਂ ਉਹਦਾ ਜਿਹੜਾ ਸ਼ਬਦ ਹੈ ਉਹ ਨਾਦ ਸਰੂਪ ਹੈ। ਪਰ ਉਹਦੇ ਲਈ ਪ੍ਰੀਪੇਅਰ ਕਰਨ ਦੇ ਲਈ ਜਿਵੇਂ ਹੁਣ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਇੱਕ ਨਾ ਇੱਕ ਦਿਨ ਜਿਵੇਂ ਕੋਈ ਟੀਚਾ ਰੱਖ ਕੇ ਚੱਲਦੇ ਹਾਂ, ਮੈਡੀਕਲ ਡਾਕਟਰ ਬਣਨਾ ਹੈ,
ਜਾਂ ਸਾਨੂੰ ਪਤਾ ਹੁੰਦਾ ਡਾਕਟਰ ਦੀਆਂ ਕੀ ਐਕਟੀਵਿਟੀਜ਼ ਨੇ। ਅਤੇ ਹੁਣ ਆਮ ਆਪਾਂ ਦੇਖਦੇ ਹਾਂ ਛੋਟੇ ਬੱਚੇ ਵੀ ਕਈ ਵਾਰੀ ਜਿਹੜਾ ਡਾਕਟਰਸ ਦੇ ਕੋਲ ਕੋਈ ਪੁਰਾਣਾ ਸਟੈਥੋਸਕੋਪ ਹੁੰਦਾ ਹੈ ਅਤੇ ਜਿਹੜਾ ਹੈਗਾ ਉਹਨਾਂ ਤਰ੍ਹਾਂ ਕੋਈ ਵਾਈਟ ਸ਼ਰਟ ਪਾ ਕੇ ਟਾਈ ਲਗਾ ਕੇ ਉਹ ਡਾਕਟਰ ਬਣ ਜਾਂਦੇ ਆ, ਕਿਉਂਕਿ ਉਹਨਾਂ ਦੇ ਮਨ 'ਚ ਚਾਅ ਹੁੰਦਾ ਮੈਂ ਡਾਕਟਰ ਬਣਨਾ ਹੈ। ਪਰ ਅਸੀਂ ਜਦੋਂ ਡਾਕਟਰ ਬਣਾਂਗੇ ਅਤੇ ਡਾਕਟਰ ਬਣਨ ਦੇ ਲਈ ਜੋ ਮਿਹਨਤ ਹੈ ਉਹਦੇ ਵਿੱਚੋਂ ਸਾਨੂੰ ਲੰਘ ਕੇ ਜਾਣਾ ਪਊਗਾ। ਸੋ ਇਸੇ ਤਰੀਕੇ ਜਦੋਂ ਅਸੀਂ ਚੱਲਦੇ ਹਾਂ ਅਤੇ ਅਗਿਆਨਤਾ ਵਸ ਕੁਛ ਜੀਵ ਤੁਹਾਨੂੰ ਐਸੇ ਮਿਲਣਗੇ, ਆਹ ਧਿਆਨ ਲਾਓ, ਆਹ ਜੁਗਤ ਲਾਓ, ਇਸ ਤਰ੍ਹਾਂ ਹੈ ਜੀ, ਆਹ ਸੱਚ ਹੈ ਜੀ, ਆਹ ਰੱਬ ਹੈ ਜੀ। ਹੁਣ ਕੁਛ ਐਸੇ ਮਿਲਣਗੇ ਵੀ ਤੁਸੀਂ ਆਹ ਗਿਆਨ ਕਰੋ ਜੀ, ਇਸ ਤਰ੍ਹਾਂ ਦੇ ਗਿਆਨ ਕਰੋ, ਆਹ ਵਾਲੀਆਂ ਕਹਾਣੀਆਂ ਸਾਖੀਆਂ ਪੜ੍ਹੋ, ਆਹ ਵਾਲੀਆਂ ਕਥਾ ਸੁਣੋ। ਕੁਛ ਤੁਹਾਨੂੰ ਐਸੇ ਮਿਲਣਗੇ, ਆਹ ਜਾਪ ਕਰ ਲਓ ਜੀ, ਆਹ ਇਸ ਤਰ੍ਹਾਂ ਕਰ ਲਓ ਜੀ, ਆਹ ਆਸਣ ਲਗਾ ਲਓ ਜੀ, ਤੁਹਾਨੂੰ ਇਸ ਤਰ੍ਹਾਂ ਪ੍ਰਾਪਤੀ ਹੋ ਜਾਏਗੀ। ਕੋਈ ਤੁਹਾਨੂੰ ਸਰੀਰ ਦੇ ਆਸਣ ਲਗਾਉਣ ਵਾਲਾ ਮਿਲੇਗਾ, ਕੋਈ ਕਿਵੇਂ ਮਿਲੇਗਾ, ਅਤੇ ਹਰ ਕੋਈ ਦਾਅਵਾ ਕਰੇਗਾ ਵੀ ਨਹੀਂ ਜੀ ਇਹੀ ਰੱਬ ਆ ਜੀ, ਇਸ ਤਰ੍ਹਾਂ ਹੀ ਆ। ਪਰ ਗੱਲ ਉਦੋਂ ਪਤਾ ਲੱਗਦੀ ਆ ਵੀ ਹੁਣ ਜਦੋਂ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ 8-8 ਪਹਿਰ ਉਹਨਾਂ ਨੇ ਜਾਪ ਕੀਤਾ, 8-8 ਪਹਿਰ ਉਹ ਧਿਆਨ ਦੇ ਵਿੱਚ ਬੈਠੇ, 12-12 ਸਾਲ ਕਰਕੇ ਉਹ ਤਨ ਦੀਆਂ ਵੀ ਸੇਵਾ ਕਰਦੇ ਰਹੇ, 18-18 ਸਾਲ 20-20 ਸਾਲ ਉਹਨਾਂ ਨੇ ਮਿਹਨਤਾਂ ਕੀਤੀਆਂ, ਜੁਗਤ ਭੁਗਤ ਗੁਰਮੰਤਰ ਗਿਆਨ ਧਿਆਨ ਲੈ ਕੇ, ਅਤੇ ਫਿਰ ਜਾ ਕੇ ਕਿਤੇ ਉਹਨਾਂ ਨੂੰ ਪ੍ਰਾਪਤੀਆਂ ਹੋਈਆਂ, ਉਹ ਵੀ ਵਿਰਲਿਆਂ ਨੂੰ। ਅਤੇ ਜੇ ਇੰਨਾ ਸੌਖਾ ਹੁੰਦਾ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਦੇਖੋ ਬਹੁਤ ਥੋੜ੍ਹਿਆਂ ਨੇ ਖਜ਼ਾਨਾ ਲਿਆ। ਦੂਜੇ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜਾ ਦੁਨਿਆਵੀ ਘਰ ਸੀ ਉਹਨਾਂ ਦਾ ਸੰਜੋਗੀ ਸੀ, ਬਹੁਤ ਥੋੜ੍ਹਾ ਖਜ਼ਾਨਾ ਲਿਆ। ਬਾਹਰੋਂ ਆ ਕੇ ਜੀਵਾਂ ਨੇ ਮਿਹਨਤਾਂ ਕੀਤੀਆਂ। ਅਸੀਂ ਸਾਰੇ ਦੇਖੋ ਸਰਵਣ ਕਰਦੇ ਹਾਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 18 ਸਾਲ ਮਿਹਨਤ ਕੀਤੀ ਆ, ਤੀਜੇ ਪਾਤਸ਼ਾਹ ਨੇ 12 ਸਾਲ ਮਿਹਨਤ ਕੀਤੀ ਆ। ਸੋ ਪਰ ਜਿਨ੍ਹਾਂ ਦੀ ਭਗਤੀ ਬਹੁਤ ਸੀ, ਜਿਨ੍ਹਾਂ 'ਤੇ ਕਿਰਪਾ ਪੂਰਨ ਸੀ, ਅਤੇ ਆਪਾਂ ਦੇਖਦੇ ਹਾਂ ਕਿ ਜਿਵੇਂ ਪਹਿਲੇ ਪਾਤਸ਼ਾਹ ਜਨਮ ਤੋਂ ਹੀ ਸਾਰਾ ਖਜ਼ਾਨਾ ਲੈ ਕੇ ਆਏ, 8ਵੇਂ ਪਾਤਸ਼ਾਹ ਨੂੰ ਛੋਟੀ ਉਮਰੇ ਮਿਲ ਗਿਆ, 10ਵੇਂ ਪਾਤਸ਼ਾਹ ਨੂੰ 9 ਸਾਲ ਦੀ ਉਮਰ ਦੇ ਵਿੱਚ ਮਿਲ ਗਿਆ, 6ਵੇਂ ਪਾਤਸ਼ਾਹ ਜਨਮ ਤੋਂ ਸਾਰਾ ਖਜ਼ਾਨਾ ਲੈ ਕੇ ਆਏ। ਸੋ ਇਸ ਤਰੀਕੇ ਕਰਕੇ ਜਿੰਨੀ ਦੇਰ ਤੱਕ ਸਾਡਾ ਮਨ ਉਸ ਏਬਲ ਨਹੀਂ ਹੁੰਦਾ, ਮੈਂ ਤੁਹਾਨੂੰ ਦੱਸਿਆ ਜਿੱਦਾਂ ਰੂਹ ਨੂੰ ਵੇਲਣੇ ਨਾਲ ਪਿੰਜ ਕੇ ਫਿਰ ਉਹਨੂੰ ਕੱਤ ਕੇ, ਫਿਰ ਉਹਨੂੰ ਕੁੱਟ ਕੇ, ਉਹਨੂੰ ਧੋ ਕੇ, ਫਿਰ ਉਹਦਾ ਥਾਣ ਬਣਦਾ ਹੈ, ਫਿਰ ਉਸ ਕੱਪੜੇ ਨੂੰ ਦਰਜੀ ਕੱਟਦਾ ਹੈ, ਫਿਰ ਉਹਨੂੰ ਕੱਟ ਕੇ, ਫਿਰ ਉਹਨੂੰ ਸੂਈ ਧਾਗੇ ਦੇ ਨਾਲ ਡਿਜ਼ਾਈਨ ਦੇ ਨਾਲ ਸਿਉਂਦਾ ਹੈ, ਅਤੇ ਫਿਰ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰੀਕੇ ਇਉਂ ਪੱਤ ਪਾਟੀ ਸਿਫਤੀ ਸੀਪੈ। ਜਦੋਂ ਵਾਰ-ਵਾਰ ਅਸੀਂ ਮਾਲਕ ਦੀ ਸਿਫਤ ਕਰਦੇ ਹਾਂ, ਸ਼ਬਦ ਦਾ ਅਭਿਆਸ ਕਰਦੇ ਹਾਂ, ਵਾਰ-ਵਾਰ ਜਦੋਂ ਸਾਡਾ ਮਨ ਇਹਨਾਂ ਔਂਕੜਾਂ ਦੇ ਵਿੱਚੋਂ ਲੰਘ ਕੇ ਜਾਂਦਾ, ਅਤੇ ਫਿਰ ਜਾ ਕੇ ਕਿਤੇ ਅਸੀਂ ਮਿਲਾਪ ਅਤੇ ਸੱਚ ਦੇ ਜਿਹੜੇ ਸੋਮਿਆਂ ਨੂੰ ਅਨੁਭਵ ਕਰਦੇ ਹੁੰਦੇ ਹਾਂ। ਅਤੇ ਮਹਾਰਾਜ ਨੇ ਫਿਰ ਅੱਗੇ ਇਹ ਵੀ ਉਦਾਹਰਨ ਦਿੱਤੀ ਹੈ, ਕਹਿੰਦੇ ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੈ, ਮਾਂ ਪੱਖ ਕੇ ਚੱਲੇ ਨਾ ਹੀ ਘੜੀ ਮੁਹਤ ਕਿਛ ਹੰਢੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਕਈ ਵਾਰੀ ਕੀ ਹੁੰਦਾ ਹੈ ਵੀ ਪੁਰਾਣਾ ਕੱਪੜਾ ਹੈ, ਪੁਰਾਣਾ ਕੱਪੜਾ ਭਾਵ ਕਿ ਮੈਂ ਤੁਹਾਨੂੰ ਅੱਗੇ ਸਮਝਾਉਣਾ ਇਹਦੇ ਵਿੱਚ ਵੀ ਜਿਵੇਂ ਪੁਰਾਣਾ ਕੱਪੜਾ ਹੈ, ਪੁਰਾਣੇ ਕੱਪੜੇ ਨੂੰ ਅਸੀਂ ਸੋਚਦੇ ਹਾਂ ਵੀ ਚੱਲ ਨਵਾਂ ਕੀ ਲੈਣਾ, ਵੀ ਉਹਦੇ ਲਈ ਇੰਨੀ ਮਿਹਨਤ ਹੈ, ਕਿਉਂਕਿ ਨਵਾਂ ਤਾਂ ਨਵੇਂ ਸਿਰਿਓਂ ਸਾਰਾ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਰੂੰ ਆਊਗੀ, ਫਿਰ ਰੂੰ ਨੂੰ ਪਿੰਜਿਆ ਆ, ਫਿਰ ਉਹਨੂੰ ਕੱਤਿਆ ਆ, ਫਿਰ ਉਹਨੂੰ ਧੋਤਾ ਆ, ਫਿਰ ਉਹ ਥਾਣ ਬਣਿਆ, ਫਿਰ ਉਹ ਰੇਸ਼ੇਦਾਰ ਕੱਪੜੇ 'ਤੇ ਥਾਣ ਬਣ ਗਿਆ, ਫਿਰ ਉਹ ਕੀਤਾ, ਉਹ ਤਾਂ ਨਵੇਂ ਸਿਰਿਓਂ ਹੋ ਗਿਆ ਪੂਰਾ ਬਿਲਕੁਲ ਤਸੱਲੀ ਦੇ ਨਾਲ। ਅਤੇ ਹੁਣ ਕਈ ਵਾਰੀ ਪੁਰਾਣਾ ਕੱਪੜਾ ਉਹ ਕਹਿੰਦਾ ਚੱਲ ਅਸੀਂ ਇੰਨਾ ਮਿਹਨਤ ਕੀ ਕਰਨੀ ਆ ਵੀ ਸਾਡੇ ਆ ਪੁਰਾਣੇ ਨੂੰ ਹੀ ਤੁਸੀਂ ਸੀ ਦਿਓ। ਅਤੇ ਉਹ ਕੋਈ ਐਸੇ ਅਨਾੜੀ ਕੋਲ ਚਲੇ ਗਏ, ਉਹਨੇ ਮਾੜਾ ਮੋਟਾ ਕੋਈ ਟਾਂਕਾ ਲਾਤਾ, ਕੋਈ ਥੋੜ੍ਹਾ ਜਿਹਾ ਉਹਨੇ ਕੋਈ ਗੁਰਬਾਣੀ ਦਾ ਭਾਵ ਕਿ ਕੋਈ ਗਿਆਨ ਦਾ ਭੇਤ ਦੇ ਦਿੱਤਾ, ਥੋੜ੍ਹਾ ਜਿਹਾ ਕੋਈ ਉਹਨੇ ਧਿਆਨ ਜੁਗਤੀਆਂ ਦਾ ਭੇਤ ਦੇ ਦਿੱਤਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਪੁਰਾਣੇ ਨੂੰ ਟਾਕੀਆਂ ਲਾ ਲਈਏ, ਭਾਵ ਕਿ ਮਨ ਨੂੰ ਜਿੰਨੀ ਦੇਰ ਤੱਕ ਪੁਰਾਣੇ ਵਿਚਾਰਾਂ ਦੇ ਵਿੱਚੋਂ, ਹਉਮੈ ਦੀਆਂ ਆਦਤਾਂ ਦੇ ਵਿੱਚੋਂ ਤੁਸੀਂ ਉਹਦੇ ਮਾੜੇ ਬਚਨਾਂ ਵਿੱਚੋਂ, ਮਾੜੀਆਂ ਦ੍ਰਿਸ਼ਟੀਆਂ ਦੇ ਵਿੱਚੋਂ ਨਹੀਂ ਕੱਢਦੇ, ਮਾੜਾ ਮੋਟਾ ਤੁਸੀਂ ਕਿਤੇ ਭੇਖਾਧਾਰੀ ਬਣ ਕੇ ਕੋਈ ਗਿਆਨ ਜਾਂ ਕੋਈ ਗੁਰੂ ਜਾਂ ਕੋਈ ਐਸਾ ਧਾਰਨ ਕਰ ਵੀ ਲਿਆ, ਕਹਿੰਦੇ ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੈ, ਸੂਈ ਧਾਗੇ ਦੇ ਨਾਲ ਗੰਢ ਵੀ ਲਿਆ, ਅਤੇ ਕਹਿੰਦੇ ਮਾਂ ਪੱਖ ਕੇ ਚੱਲੇ ਨਾ ਹੀ ਘੜੀ ਮੁੱਤ ਕੇ ਛੰਡੇ। ਅਤੇ ਉਹ ਪੁਰਾਣਾ ਜਿਹੜਾ ਸੂਈਆਂ ਦੇ ਨਾਲ ਤਰੋਪੇ ਗੰਢੇ ਲਾਏ, ਹੁਣ ਟਾਕੀਆਂ ਵਾਲਾ ਜਿਹੜਾ ਸੂਟ ਹੁੰਦਾ, ਅਤੇ ਕਹਿੰਦੇ ਕੋਈ ਮਹੀਨਾ ਚੱਲ ਸਕਦਾ, ਕੋਈ 15 ਦਿਨ ਹੀ ਚੱਲੇਗਾ, ਅਤੇ ਖਰੇ ਉਹਨੇ ਕਿੰਨੇ ਦਿਨ ਚੱਲਣਾ ਕਿ ਨਹੀਂ ਚੱਲਣਾ, ਜਿਹੜਾ ਸੀਤਾ ਹੀ ਸੂਈ ਨਾਲ ਹੋਇਆ, ਗੰਢ ਤਰੋਪਿਆਂ ਨਾਲ ਲੱਗਾ ਹੋਇਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿੰਦੇ ਆ ਵੀ ਜੇਕਰ ਮਿਹਨਤ ਕਰਨੀ ਆ ਅਤੇ ਨਵੇਂ ਸਿਰਿਓਂ ਬਿਲਕੁਲ ਜੋ, ਕਿਉਂਕਿ ਦੇਖੋ ਗੁਰਬਾਣੀ ਦੇ ਵਿੱਚ, ਗੁਰੂ ਦੇ ਵਿੱਚ 3 ਅਵਸਥਾ ਦੱਸੀਆਂ ਨੇ, ਇੱਕ ਸ਼ਬਦ ਦੇ ਜਾਪ ਦੀ, ਵਾਹਿਗੁਰੂ ਸ਼ਬਦ ਦੇ ਜਾਪ ਦੀ, ਫਿਰ ਜਾਪ ਦੇ ਨਾਲ ਦੱਸੀ ਹੈ ਗਿਆਨ ਦੀ, ਅਕੱਥ ਦਾ ਗਿਆਨ। ਜਦੋਂ ਸ਼ਬਦ ਦਾ ਜਾਪ ਅਤੇ ਅਕੱਥ ਦਾ ਗਿਆਨ ਅਸੀਂ ਕਰਦੇ ਹਾਂ, ਜਿਹਨੂੰ ਸੰਤ ਅਵਸਥਾ ਕਹਿੰਦੇ ਆ, ਉੱਥੇ ਸਾਡਾ ਮਨ ਜਿਹੜਾ ਆ ਉਹਦੇ ਵਿੱਚ ਚਾਉ ਪੈਦਾ ਹੁੰਦਾ ਹੈ, ਉਹਦੇ ਵਿੱਚ ਰੰਗ ਪੈਦਾ ਹੁੰਦਾ ਹੈ, ਉਹਦੇ ਵਿੱਚ ਜਿਹੜਾ ਹੈਗਾ ਠਹਿਰਾਵ ਪੈਦਾ ਹੁੰਦਾ ਹੈ,
ਉਹ ਦੁਨਿਆਵੀ ਗਿਆਨ ਅਤੇ ਸੱਚ ਦੇ ਗਿਆਨ ਨੂੰ ਵੱਖੋ ਵੱਖਰਾ ਕਰਕੇ ਆਪ ਦਾ ਮਨ ਸਾਡਾ ਮੰਨਦਾ ਆ। ਉਸ ਤੋਂ ਬਾਅਦ ਫਿਰ ਸਾਨੂੰ ਅੰਦਰਲੇ ਅਨਹਦ ਬਾਣੀ ਦਾ ਭੇਤ ਦਿੱਤਾ ਹੋਇਆ। ਸਾਰੀ ਗੁਰਬਾਣੀ ਵਿੱਚ ਪਤਾ ਨਹੀਂ ਕਿੰਨਾ ਕੁ ਅਨਹਦ ਬਾਣੀ ਦੇ ਸ਼ਬਦਾਂ ਦਾ, ਰਾਗਾਂ ਦਾ, ਨਾਦਾਂ ਦਾ ਭੇਤ ਦਿੱਤਾ ਹੋਇਆ ਵੀ ਫਿਰ ਅਸੀਂ ਧਿਆਨ ਦੇ ਵਿੱਚ ਬੈਠਦੇ ਹਾਂ। ਪਹਿਲਾਂ ਮੁੱਖੋਂ ਜਪਦੇ ਹਾਂ, ਫਿਰ ਧਿਆਨ ਦੇ ਵਿੱਚ ਜਿਹੜਾ ਸਾਡਾ ਅੰਦਰਲਾ ਖਜ਼ਾਨਾ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਨਾਲ, ਸ਼ਬਦ ਗੁਰਮੰਤਰ ਦੇ ਨਾਲ ਤਾਂ ਜੋੜਿਆ ਹੀ ਹੈ, ਫਿਰ ਅੰਦਰਲੇ ਪਾਸੇ ਜਿਹੜਾ ਮਨ ਦਾ ਖਜ਼ਾਨਾ ਦਿੱਤਾ ਹੋਇਆ, ਜਿਹੜਾ 10ਵੇਂ ਘਰ ਦੇ ਵਿੱਚ ਪਿਆ ਹੈ, ਜਾਂ ਜਿਹੜੀ ਅਨਹਦ ਬਾਣੀ ਹੈ, ਰਾਗ ਨਾਦ ਨੇ, ਫਿਰ ਉਹਨੂੰ ਮਨ ਸੁਣਦਾ। ਫਿਰ ਉਹਨਾਂ ਨੂੰ ਸੁਣ ਕੇ ਸਾਡੇ ਮਨ ਦੀ ਖੁਰਾਕ ਆਉਂਦੀ ਆ, ਅੰਮ੍ਰਿਤ ਰਸ, ਹਰ ਰਸ ਆਉਂਦਾ ਹੈ, ਅੰਮ੍ਰਿਤ ਜਲ ਆਉਂਦਾ ਹੈ ਅੰਦਰੋਂ। ਜਿਵੇਂ ਜਿਵੇਂ ਸ਼ਬਦਾਂ ਦੇ ਵਿੱਚ ਮਨ ਸਮਾਉਂਦਾ ਜਾਂਦਾ ਹੈ, ਨਾਮ ਦੇ ਵਿੱਚ ਮਨ ਸਮਾਉਂਦਾ ਜਾਂਦਾ ਹੈ, ਧੁਨੀਆਂ ਦੇ ਵਿੱਚ ਮਨ ਸਮਾਉਂਦਾ ਜਾਂਦਾ, ਹੋਰ ਗਾੜਾ ਗਾੜਾ ਅੰਮ੍ਰਿਤ ਰਸ ਆਈ ਜਾਂਦਾ ਆ। ਅਤੇ ਉਹ ਅੰਮ੍ਰਿਤ ਰਸ ਜਿਵੇਂ ਆ ਕੇ ਮਨ ਲਿਸ਼ਕਣਾ ਸ਼ੁਰੂ ਹੁੰਦਾ। ਜਦੋਂ ਮਨ ਉਜਲ ਹੁੰਦਾ, ਉਜਲ ਮਨ ਨੂੰ ਅੱਗੋਂ ਜਿਹੜੀ ਹੈ ਅੰਤਰਗਤ ਜਿਹੜੀਆਂ ਉਹ ਲਿਸ਼ਕਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਭਾਵ ਕਿ ਮਨ ਜਿਵੇਂ ਜਿਵੇਂ ਜਿੰਨਾ ਸਾਫ਼ ਹੁੰਦਾ ਜਾਊਗਾ, ਅੱਗੋਂ ਓਨਾ ਹੀ ਸਾਫ਼ ਉਹਨੂੰ ਮਾਲਕ ਦੇ ਦਰਸ਼ਨ, ਲਿਸ਼ਕਾਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ। ਫਿਰ ਤੀਜੀ ਅਵਸਥਾ ਦੇ ਵਿੱਚ ਸਾਨੂੰ ਫਿਰ ਕਿਹਾ ਵੀ ਹੁਣ ਤੁਹਾਨੂੰ ਗੁਰਮੰਤਰ ਕਰਨ ਦੀ, ਹੁਣ ਤੁਹਾਨੂੰ ਇਹ ਨਾਦ ਸ਼ਬਦ ਕਰਨ ਦੀ ਇਹ ਤੁਹਾਨੂੰ ਜ਼ਰੂਰਤ ਨਹੀਂ। ਹੁਣ ਤੁਹਾਨੂੰ ਜਿਹੜੀ ਸਿਰਮੌਰ ਸੇਵਾ ਹੈ, ਵੀ ਸਾਹਮਣੇ ਜਿਹੜਾ ਸੱਚ ਸਾਨੂੰ ਜਿੰਦੀ ਪਹਿਚਾਣ ਕਰਵਾ ਕੇ, ਫਿਰ ਉਸ ਤੋਂ ਬਾਅਦ ਕਹਿੰਦੇ ਨੇ ਵੀ ਹੁਣ ਤੁਸੀਂ ਇਹਦੇ ਵਿੱਚ ਧਿਆਨ ਲਾਓ, ਜਿਹਨੂੰ ਮਹਾਰਾਜ ਕਹਿੰਦੇ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕਾਏ ਜੀ। ਅਤੇ ਹਰੀ ਦੀ ਹੁਣ ਤੁਸੀਂ ਸੇਵਾ ਕਰੋ, ਹੁਣ ਦੂਜੀ ਕੋਈ ਸੇਵਾ ਹੋਰ ਨਹੀਂ ਕਰਨੀ, ਨਾ ਬੋਲਣ ਦੀ ਨਾ ਸੁਣਨ ਦੀ। ਭਾਵ ਕਿ ਫਿਰ ਉਹ ਪਰ ਫਿਰ ਵੀ ਗੁਰਮੁਖ ਜਿਹੜੇ ਆ ਗੁਰਮੰਤਰ ਜਪਦੇ ਰਹਿੰਦੇ ਆ, ਕਿਉਂਕਿ ਇੱਕ ਆਮ ਤੌਰ 'ਤੇ ਦੁਨਿਆਵੀ ਵਿਚਰਨ ਲਈ ਫਿਰ ਉਹ ਜਿਹੜਾ ਗੁਰਮੰਤਰ ਦਾ ਜਾਪ ਹੈ, ਉਹਦੀ ਬੈਠ ਕੇ ਫਿਰ ਵੱਡੇ ਵੱਡੇ ਚੌਂਕੜੇ ਲਾ ਕੇ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਮਨ ਸਾਡਾ ਉਸ ਚੀਜ਼ ਤੋਂ ਉੱਪਰ ਉੱਠ ਗਿਆ। ਉਹ ਫਿਰ ਇੱਕ ਦੁਨਿਆਵੀ ਵਿਚਰਨ ਦੇ ਲਈ, ਸੱਚ ਨੂੰ ਯਾਦ ਕਰਨ ਦੇ ਲਈ ਰਹਿ ਜਾਂਦਾ। ਫਿਰ ਅਨਹਦ ਬਾਣੀ ਨੂੰ ਸਪੈਸ਼ਲ ਧਿਆਨ ਲਾ ਕੇ ਸੁਣਨ ਦੀ ਲੋੜ ਨਹੀਂ ਹੁੰਦੀ, ਉਹ ਸਹਿਜ ਸੁਭਾਅ ਸਾਡੇ ਸ਼ਬਦ ਅੰਦਰ ਚੱਲੀ ਜਾਂਦੇ, ਅੰਮ੍ਰਿਤ ਰਸ ਵੀ ਚੱਲੀ ਜਾਂਦਾ। ਫਿਰ ਤੀਜੀ ਅਵਸਥਾ ਦੇ ਵਿੱਚ ਜਿਹੜੀ ਲੋੜ ਆ ਉਹ ਇਹ ਆ ਕਿ ਹੁਣ ਤੁਹਾਡੀ ਜੋਤ ਜਿਹੜੀ ਏ, ਤੁਹਾਡੇ ਮਨ ਦੀ ਜੋਤ ਏ, ਉਹਦੀ ਪਛਾਣ ਕਰਵਾ ਕੇ ਗੁਰਮੁਖ ਜੁਗਤ ਦੇ ਨਾਲ ਵੀ ਹੁਣ ਇਹ ਸੱਚ ਦੀ ਜੋਤ ਦੇ ਵਿੱਚ ਬਿਲਕੁਲ ਅਭੇਦ ਕਰ ਦਿਓ। ਵੀ ਹੁਣ ਤੁਸੀਂ ਸ਼ਬਦ ਕਰਕੇ, ਗਿਆਨ ਕਰਕੇ, ਧਿਆਨ ਕਰਕੇ ਰੰਗੇ ਜਾ ਚੁੱਕੇ ਹੋ। ਤੀਜੀ ਅਵਸਥਾ ਦੇ ਵਿੱਚ ਫਿਰ ਜਿਹੜਾ ਜਾ ਕੇ ਜਦੋਂ ਫਿਰ ਇਸ ਅਵਸਥਾ ਸੱਚ ਦੀ ਸੇਵਾ 'ਚ ਲਗਾਇਆ ਜਾਂਦਾ, ਉਹ ਗੁਰਮੁਖ ਦੇ ਮਿੱਠੇ ਬਚਨ ਹੋ ਜਾਂਦੇ ਆ, ਮਾਣ ਅਪਮਾਨ ਤੋਂ ਉੱਪਰ ਉੱਠ ਜਾਂਦਾ ਹੈ, ਹਰਖ ਸੋਗ ਤੋਂ ਉੱਪਰ ਉੱਠ ਜਾਂਦਾ ਹੈ, ਬਿਲਕੁਲ ਉਹ ਏਬਲ ਹੋ ਜਾਂਦਾ ਹੈ, ਜਿਹਨੂੰ ਕਹਿੰਦੇ ਫਿਰ ਉਹ ਸਤਿਗੁਰ ਦੀ ਸੇਵਾ, ਪ੍ਰਕਾਸ਼ ਰੂਪੀ ਸਤਿਗੁਰ ਦੀ ਸੇਵਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਫਿਰ ਉਹ ਮਨ ਚਿੰਦੇ ਫਲ ਉੱਥੇ ਮਿਲਦੇ ਆ, ਅਤੇ ਉੱਥੇ ਸੰਤ ਨੂੰ ਵੀ ਸ਼ਾਬਾਸ਼ ਮਿਲਦੀ ਹੈ, ਗੁਰੂ ਨੂੰ ਸ਼ਾਬਾਸ਼ ਮਿਲਦੀ ਹੈ, ਅੰਤਰਗਤ ਸ਼ਬਦ ਵੀ ਖੁਸ਼ ਹੁੰਦੇ ਆ ਕਿ ਗੁਰਮੁਖ ਮਿਹਨਤ ਕਰਦੇ ਕਰਦੇ ਇਸ ਪੜਾਅ ਤੱਕ ਪਹੁੰਚੇ ਆ। ਫਿਰ ਉਹ ਸੱਚ ਦੀ ਸੇਵਾ, ਨਦਰੀ ਸਤਿਗੁਰ ਸੇਵੀ ਹੈ, ਨਦਰੀ ਇਹ ਸੇਵਾ ਹੋਏ, ਨਦਰੀ ਮਨ ਵਾਸਾ ਹੈ ਅਤੇ ਨਦਰੀ ਮਨ ਨਿਰਮਲ ਹੋਏ। ਨਦਰਾਂ ਦੇ ਨਾਲ ਫਿਰ ਉਹ ਸੇਵਾ ਕਰਦੇ ਆ, ਭਾਵ ਕਿ ਜੋਤ ਨੂੰ ਇੱਕ ਕਰਕੇ, ਚੰਦ ਸੂਰਜ ਦੀ ਜੋਤ ਨੂੰ ਇੱਕ ਕਰਕੇ ਉਹਨਾਂ ਦੀ ਜੋਤ ਪਿਆਰ ਹੀ ਇੰਨਾ ਪੈ ਜਾਂਦਾ ਕਿ ਉਹ ਜੋਤ ਨੂੰ ਵਾਰ-ਵਾਰ ਕੋਈ ਜੁਗਤ ਜਾਂ ਤਰੀਕਾ ਲਾਉਣ ਦੀ ਨਹੀਂ, ਸਹਿਜ ਸੁਭਾਏ ਧਿਆਨ ਉੱਥੇ ਬਣਿਆ ਰਹਿੰਦਾ। ਉਹ ਅੰਦਰ ਬਾਹਰ ਹਰ ਪ੍ਰਭ ਇੱਕੋ ਮਿਲ, ਹਰ ਜਨ ਮੰਗਲ ਗਾਏ, ਸੱਚ ਦੀ ਸੇਵਾ ਕਰ ਕਰਕੇ ਮਨ ਸਮਾ ਜਾਂਦਾ, ਬਿਲਕੁਲ ਉਹਦਾ ਹੀ ਰੂਪ ਹੋ ਜਾਂਦਾ। ਫਿਰ ਐਸੇ ਮਨ ਦੇ ਬਚਨ ਵੀ ਅੰਮ੍ਰਿਤ, ਉਹਦੀ ਦ੍ਰਿਸ਼ਟੀ ਵੀ ਅੰਮ੍ਰਿਤ, ਉਹਦਾ ਕਹਿਣ ਸੁਣਨ ਦਾ ਤਰੀਕਾ ਵੀ ਅੰਮ੍ਰਿਤ। ਉਹ ਬਿਲਕੁਲ ਭਿੱਜ ਜਾਂਦਾ, ਉਹਦੀ ਖੁਸ਼ਬੂ ਦੇਖ ਕੇ, ਉਹਨੂੰ ਦੂਰੋਂ ਦੇਖ ਕੇ ਗੁਰਮੁਖ ਬੁੱਝਣ ਲੱਗ ਜਾਂਦੇ ਆ ਵੀ ਇਸ ਗੁਰਮੁਖ 'ਤੇ ਕਿਰਪਾ ਆ। ਹੁਣ ਕੁਛ ਜੀਵ ਐਸੇ ਆ, ਕਿਉਂਕਿ ਇਹ ਕਾਲ ਦੇ ਦੇਸ਼ ਦੇ ਵਿੱਚੋਂ ਕੱਢਣ ਦੇ ਲਈ ਗੁਰਮੁਖਾਂ ਨੇ ਵੱਖ-ਵੱਖ ਜੁਗਤੀਆਂ, ਵੱਖ-ਵੱਖ ਗਿਆਨ ਦੇ ਤਰੀਕੇ, ਵੱਖ-ਵੱਖ ਸ਼ਬਦ ਗੁਰਮੰਤਰ ਦੇ ਅਭਿਆਸ ਦੇ ਤਰੀਕੇ ਅਪਣਾਏ ਨੇ। ਹੁਣ ਕੁਛ ਜੀਵ ਐਸੇ ਹੁੰਦੇ ਆ ਜਿਹੜੇ ਕਾਲ ਦੇ ਖਰੀਦੇ ਹੋਏ ਆ, ਜਿਹੜਾ ਗੁਰੂ ਘਰ ਦੇ ਚੋਰ ਹੁੰਦੇ ਆ, ਉਹਨਾਂ ਤਰੀਕਿਆਂ ਜੁਗਤੀਆਂ ਦਾ ਜਿਹੜਾ ਹੈ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਕੇ, ਆਪ ਦਾ ਨਾਮ ਕੱਢਣ ਦੇ ਲਈ ਇਸਤੇਮਾਲ ਕਰਕੇ, ਉਹ ਤਰੀਕਿਆਂ ਦੇ ਰਾਹੀਂ ਕੋਈ ਧਿਆਨ, ਕੋਈ ਜੁਗਤ, ਕਿਉਂਕਿ ਜਦੋਂ ਅਸੀਂ ਸੱਚ ਦੀ ਸੇਵਾ ਕਰਦੇ ਹਾਂ ਅਤੇ ਉਹਦੇ ਵਿੱਚ ਬਹੁਤ ਸਾਰੀਆਂ ਜੁਗਤੀਆਂ, ਤਰੀਕੇ, ਆਨੰਦ ਨੇ ਜੋ ਦ੍ਰਿੜ ਕਰਾਉਣ ਦੇ ਲਈ। ਉਹ ਸਿੱਧਾ ਹੀ ਜਿਸ ਤਰ੍ਹਾਂ ਕੋਈ 5ਵੀਂ ਪਾਸ ਜਵਾਕ ਨੂੰ ਕਹੇ ਵੀ ਤੈਨੂੰ ਆਹ ਪੜ੍ਹਨ ਦੀ, ਆਹ ਸੁਣਨ ਦੀ ਜ਼ਰੂਰਤ ਨਹੀਂ, ਇਹ ਅਸੀਂ ਪੜ੍ਹ ਸੁਣ ਕੇ ਵੇਖ ਲਿਆ, ਤੂੰ ਸਿੱਧਾ ਆ ਜਾ ਵੀ ਇੱਥੇ ਆ, ਤੈਨੂੰ PhD ਕਰਾਉਂਦੇ ਆ, ਤੈਨੂੰ 12ਵੀਂ ਕਰਾਉਂਦੇ ਆ। ਇਸ ਤਰੀਕੇ ਦੀਆਂ ਫਿਰ ਸਹਾਰੇ ਲੈ ਕੇ ਅਤੇ ਗੁੰਮਰਾਹ ਕਰਨ ਦੇ ਲਈ, ਕਿਉਂਕਿ ਕਾਲ ਜਦੋਂ ਦੇਖਦਾ ਕਿ ਇਹ ਜਿਹੜਾ ਆ ਦੁਨੀਆ ਦਾ ਭਲਾ ਨਾ ਹੋਵੇ,
ਕਾਲ ਨੇ ਜਦੋਂ ਸਾਨੂੰ ਇੱਧਰੋਂ ਅਸੀਂ ਵਿਚਾਰਾਂ ਦੇ ਖੇਲ 'ਚੋਂ ਨਿਕਲ ਜਾਣਾ, ਅੱਗੇ ਸੂਖਮ ਦੇ ਵਿੱਚ ਵੀ ਸਾਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕਰਨੀ ਹੈ। ਸੋ ਉਹ ਫਿਰ ਸਾਨੂੰ ਇਸ ਤਰੀਕੇ ਅਨਾੜੀ ਅਸੰਤਾਂ ਦੇ ਨਾਲ ਸਾਨੂੰ ਮਿਹਨਤ ਤੋਂ ਤੋੜ ਕੇ, ਸਾਨੂੰ ਸਾਡੇ ਤਰੀਕੇ ਰਸਤੇ ਤੋਂ ਤੋੜ ਕੇ, ਰਸਤੇ ਵਿੱਚ ਫਿਰ ਉਹ ਲੋਭ, ਲਾਲਚ, ਇਸ ਤਰ੍ਹਾਂ ਦੇ ਰਿੱਧ ਸਿੱਧ ਦੇ, ਅਸ਼ਟ ਸਿੱਧ ਦੇ, ਇਸ ਤਰ੍ਹਾਂ ਦੇ ਲੋਭ ਮੋਹ ਲਾਲਚ ਇਸ ਤਰ੍ਹਾਂ ਦੇ ਕੇ ਅਤੇ ਉਹ ਫਿਰ ਸਾਨੂੰ ਵਸ ਕਰਨਾ ਚਾਹੁੰਦਾ। ਸੋ ਇਸ ਤਰੀਕੇ ਜੇ ਸਾਡੇ ਮਨ ਦੇ ਵਿੱਚ ਹੋਵੇਗਾ ਵੀ ਮਾਲਕ ਤੋਂ ਲੈਣਾ, ਸਹਿਜੇ ਸਹਿਜੇ ਲੈਣਾ, ਮਿਹਨਤ ਕਰਕੇ ਲੈਣਾ, ਸਾਡੇ ਮਨ ਦੇ ਉੱਪਰ ਕੋਈ ਡੱਬ ਨਾ ਰਹਿ ਜਾਵੇ, ਸਾਡੇ ਮਨ ਦੇ ਉੱਪਰ ਕੋਈ ਮੈਲ ਨਾ ਰਹਿ ਜਾਵੇ, ਅਤੇ ਫਿਰ ਜਿਹੜਾ ਹੈ ਸਾਨੂੰ ਕੋਈ ਕੈਚ ਰਸਤੇ ਦੇ ਵਿੱਚ ਜਿਹੜਾ ਕੈਚ ਨਹੀਂ ਕਰ ਸਕਦਾ। ਅਤੇ ਜਦੋਂ ਸਾਡੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਹੁੰਦਾ ਵੀ ਯਾਰ ਮਿਹਨਤ ਦੀ ਕੀ ਲੋੜ ਆ, ਕੋਈ ਤਰੀਕਾ, ਕੋਈ ਸ਼ਾਰਟਕੱਟ, ਫਿਰ ਨਾ ਦੇਖੋ ਐਸੇ ਜੀਵ ਮੈਂ ਤਾਂ ਮੰਨਦਾ ਨਹੀਂ ਵੀ ਉਹ ਰਸਤੇ ਦੇ ਪਾਂਧੀ ਵੀ ਹੁੰਦੇ ਆ। ਉਹਨਾਂ ਦਾ ਕੰਮ ਹੁੰਦਾ ਹੈ ਜਿਵੇਂ ਵੱਖ-ਵੱਖ ਜਗ੍ਹਾ ਤੋਂ ਜਾ ਕੇ ਇੱਕ ਆਨੰਦ ਜਿਹਾ ਲੈਣਾ, ਕਿਉਂਕਿ ਹਉਮੈ ਉਹਨਾਂ ਦੀ ਖਤਮ ਨਹੀਂ ਹੋਈ ਹੁੰਦੀ, ਅਤੇ ਤਰੀਕੇ ਜੁਗਤੀਆਂ ਅਪਣਾ ਕੇ ਇੱਕ ਆਪ ਦੀ ਲੱਜਾ ਵਿੱਚ, ਆਪ ਦੀ ਹਉਮੈ ਵਿੱਚ ਵੀ ਹਾਂ ਸਾਨੂੰ ਆਹ ਵੀ ਪਤਾ, ਆਹ ਵੀ ਪਤਾ, ਜਿਵੇਂ ਆਪਾਂ ਦੇਖਦੇ ਹਾਂ ਤਰਕਵਾਦੀ ਗਿਆਨੀ ਬਹੁਤ ਸਾਰੇ ਹੁੰਦੇ ਆ। ਸੋ ਇਸ ਤਰੀਕੇ ਦੇ ਤੁਸੀਂ ਵਿੱਚ ਨਹੀਂ ਜਾਣਾ, ਤੁਸੀਂ ਸਹਿਜ ਨਾਲ ਸੰਤਾਂ ਸਾਧੂਆਂ ਦੇ ਵਿੱਚ ਬੈਠ ਕੇ, ਜੇ ਤੁਹਾਨੂੰ ਗੁਰਮੰਤਰ ਸ਼ਬਦ ਦੀ ਲੋੜ ਹੈ, ਗੁਰਮੰਤਰ ਦਾ ਸ਼ਬਦ ਦਾ ਅਭਿਆਸ ਕਰੋ, ਸਾਸ ਕਰੋ, ਰੋਮ ਰੋਮ ਕਰੋ, ਕਿਉਂਕਿ ਪਹਿਲੋਂ ਗੁਰਮੰਤਰ ਸਾਡੇ ਮਨ 'ਚ ਵਸੇ, ਫਿਰ ਸਾਡਾ ਮਨ ਤਨ ਮਟਕੀ ਬਣ ਕੇ ਅੰਮ੍ਰਿਤ ਰਸ ਆਵੇ, ਫਿਰ ਅਨਹਦ ਧੁਨੀਆਂ ਦੇ ਨਾਲ ਸਾਡਾ ਮਨ ਨਿਰਮਲ ਹੋਵੇ। ਫਿਰ ਜਦੋਂ ਸਾਨੂੰ ਸਾਰਿਆਂ ਦੇ ਵਿੱਚ ਇੱਕ ਸੱਚਾ ਪਾਤਸ਼ਾਹ ਮਨੋਂ ਅਨੁਭਵ ਹੁੰਦਾ ਹੈ, ਇੱਕ ਪਿਆਰ ਦੀ ਨਿਗਾਹ ਬਣਦੀ ਹੈ, ਇੱਕ ਆਨੰਦ ਬਣਦਾ ਹੈ, ਇੱਕ ਹਰ ਇੱਕ ਦੇ ਪ੍ਰਤੀ ਸਤਿਕਾਰ ਬਣਦਾ ਹੈ, ਆਪ ਦੀ ਈਰਖਾ, ਦਵੈਤ, ਨਿੰਦਿਆ, ਚੁਗਲੀ ਖਤਮ ਹੋ ਕੇ ਸਤ ਸੰਤੋਖ ਦੇ ਵਾਜੇ ਸਾਡੇ ਅੰਦਰ ਵੱਜਦੇ ਆ, ਇਹ ਗੁਣ ਧਾਰਨ ਹੁੰਦੇ ਆ। ਫਿਰ ਉਸ ਤੋਂ ਬਾਅਦ ਸਹਿਜ ਸੁਭਾਅ ਮਨ ਆਪਣੇ ਆਪ ਹੀ ਅੰਦਰੋਂ ਗੁਰੂ ਜਿਹੜਾ ਪੂਰਾ ਉਹ ਕਿਰਪਾ ਕਰਦਾ ਰਹਿੰਦਾ, ਅਤੇ ਨਾਲੇ ਅੰਦਰੋਂ ਵੀ ਫਿਰ ਪੂਰੇ ਗੁਰੂ ਜਿਹੜਾ ਸਾਨੂੰ ਜਿਸ ਤਰ੍ਹਾਂ ਉਹ ਚਲਾਉਂਦੇ ਪਏ ਨੇ ਹੁਕਮ ਦੇ ਵਿੱਚ, ਸਾਨੂੰ ਪਛਾਣ ਹੋ ਜਾਂਦੀ ਹੈ, ਅੰਦਰ ਬਾਹਰ ਸਾਡਾ ਮਨ ਰੰਗਿਆ ਜਾਂਦਾ ਹੈ, ਅਤੇ ਜਿਹੜਾ 9 ਦਰਵਾਜ਼ਿਆਂ ਨੂੰ ਛੱਡਣ ਤੋਂ ਬਾਅਦ 10ਵੇਂ 'ਚ 10ਵੇਂ ਨੂੰ ਛੱਡਣ ਤੋਂ ਬਾਅਦ ਅਗੰਮ ਲੋਕ ਮਹਿਲ ਦੇ ਵਿੱਚ ਚਲਾ ਜਾਂਦਾ। ਸੋ ਇਸ ਤਰੀਕੇ ਆਪਾਂ ਕਦੇ ਵੀ ਕਾਲ ਨਹੀਂ ਕਰਨੀ, ਅਨਾੜੀ ਅਸੰਤਾਂ ਤੋਂ ਬਚਣਾ ਹੈ, ਆਪਦੇ ਆਪ ਨੂੰ ਪੂਰਨ ਕਹਾਉਣ ਵਾਲਿਆਂ ਤੋਂ ਅਸੀਂ ਬਚਣਾ। ਅਸੀਂ ਸਿਰਫ ਅਤੇ ਸਿਰਫ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਜੁਗਤ ਦੇ ਨਾਲ, ਇਹਨਾਂ ਦੇ ਆਦੇਸ਼ ਦੇ ਨਾਲ ਜੁੜਨਾ ਹੈ, ਔਰ ਆਪਦੇ ਆਪ ਨੂੰ ਸੇਫ ਰੱਖ ਕੇ ਅਤੇ ਇਹ ਅਨਾੜੀਆਂ ਤੋਂ ਬਚਾ ਕੇ ਔਰ ਕਿਰਪਾ ਦਾ ਲਾਹਾ ਲੈਣਾ, ਔਰ ਗੁਰਮੰਤਰ ਦਾ ਜਾਪ ਕਰਨਾ ਹੈ, ਗੁਰਬਾਣੀ ਪੜ੍ਹਨੀ ਹੈ। 5 ਬਾਣੀਆਂ ਸਾਨੂੰ ਦਿੱਤੀਆਂ ਨੇ, 1430 ਅੰਗ ਦੇ ਵਿੱਚ ਬਾਣੀ ਦਿੱਤੀ ਆ, ਹੋਰ ਵੀ ਬਹੁਤ ਸਾਰੀ ਬ੍ਰਹਮ ਦੀ ਬਾਣੀ ਸਾਨੂੰ ਦਿੱਤੀ ਹੋਈ ਆ, ਔਰ ਫਿਰ ਗਿਆਨ, ਧਿਆਨ, ਇਹ ਹਰ ਇੱਕ ਪੁਆਇੰਟ ਆ, ਇਹ ਸਾਰਾ ਸ਼ਿੰਗਾਰ ਦਿੱਤਾ ਹੈ ਮਾਲਕ ਨੇ ਖਾਲਸੇ ਨੂੰ। ਗੁਰਮੰਤਰ ਦਾ ਵੀ ਦਿੱਤਾ ਹੈ, ਗਿਆਨ ਦਾ ਵੀ ਦਿੱਤਾ ਹੈ, ਧਿਆਨ, ਅਨਹਦ ਧੁਨੀਆਂ ਦਾ ਵੀ ਦਿੱਤਾ ਹੈ, ਨੂਰ ਪ੍ਰਕਾਸ਼ ਦਾ ਵੀ ਸ਼ਿੰਗਾਰ ਦਿੱਤਾ ਹੈ। ਤੁਸੀਂ ਜਿੰਨਾ ਮਰਜ਼ੀ ਇਹਦੇ ਵਿੱਚ ਆਪਦੇ ਮਨ ਨੂੰ ਰੰਗ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।